ਮੁੜ ਤੋਂ ਵਿਵਾਦਾਂ 'ਚ ਘਿਰਦੇ ਵਿਖਾਈ ਦੇ ਰਹੇ ਨੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ। ਜੀ ਹਾਂ, ਗਿੱਦੜਬਾਹਾ 'ਚ ਇੱਕ ਸਮਾਗਮ ਦੇ ਦੌਰਾਨ ਸਵਾਲ ਪੁੱਛਣ ਤੇ ਐਸੇ ਪੜ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਕੇ ਝੂਠਾ ਪਰਚਾ ਦੇ ਕੇ ਬੰਦ ਕਰਵਾਉਣ ਦੀ ਗੱਲ ਕਰਦੇ ਹੋ ਵਿਖਾਈ ਦਿੱਤੇ। ਜੀ ਹਾਂ, ਅਕਾਲੀ ਐਮਸੀ ਦੇ ਪਤੀ ਨੂੰ ਥਾਣੇ 'ਚ ਬੰਦ ਕਰਵਾਉਣ ਦੇ ਇਲਜ਼ਾਮ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਲੱਗੇ ਨੇ। ਸੋਸ਼ਲ ਮੀਡੀਆ ਤੇ ਰਾਜਾ ਵੜਿੰਗ ਦੀ ਅਤੇ ਇੱਕ ਕਾਂਗਰਸੀ ਵਰਕਰ ਵਿਚਾਲੇ ਹੋਈ ਗੱਲਬਾਤ ਦੀ ਆਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਇਸ ਆਡੀਓ ਦੇ ਵਿੱਚ ਸਾਫ਼ ਸਪਸ਼ਟ ਤੌਰ ਤੇ ਸੁਣਿਆ ਜਾ ਸਕਦਾ ਹੈ ਕਿ ਕਿਵੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਸੱਤਾ ਦਾ ਰੋਬ ਝਾੜਦੇ ਹੋਏ ਝੂਠਾ ਪਰਚਾ ਦੇ ਕੇ ਐਮਸੀ ਦੇ ਕਾਰਆਲੇ ਨੂੰ ਜੇਲ੍ਹ ਦੇ ਅੰਦਰ ਬੰਦ ਕਰਨ ਦੀ ਗੱਲ ਕਹਿੰਦਾ ਵਿਖਾਈ ਦੇ ਰਿਹਾ। ਜਿਹਾਂ ਗੱਲਬਾਤ 'ਚ ਰਾਜਾ ਵੜਿੰਗ ਮੰਨ ਰਹੇ ਨੇ ਕਿ ਬਿੱਟੂ ਫੁੱਲਾਂਵਾਲਾ ਨੂੰ ਥਾਣੇ 'ਚ ਉਹਨਾਂ ਨੇ ਬੰਦ ਕਰਵਾਇਆ। ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਅਕਾਲੀ ਕੌਂਸਲਰ ਰੀਤੂ ਰਾਣੀ ਦਾ ਪਤੀ ਦੱਸਿਆ ਜਾ ਰਿਹਾ ਪੀੜਤ ਬਿੱਟੂ। ਸ਼ਨੀਵਾਰ ਨੂੰ ਵਾਲਮੀਕ ਜਯੰਤੀ ਦੇ ਸਮਾਗਮ ਦੌਰਾਨ ਬਿੱਟੂ ਨੇ ਇੱਕ ਸਵਾਲ ਪੁੱਛ ਲਿਆ ਸੀ। ਰਾਜਾ ਵੜਿੰਗ ਕੋਲੋਂ ਗਲੀ ਦੇ ਵਿਕਾਸ ਬਾਰੇ ਪੁੱਛਿਆ ਗਿਆ ਸਵਾਲ ਜਿਹਾ ਚੁੱਭਿਆ ਰਾਜਾ ਵੜਿੰਗ ਨੂੰ ਕਿ ਝੂਠਾ ਪਰਚਾ ਦੇ ਕੇ ਜੇਲ੍ਹ ਦੇ ਅੰਦਰ ਬੰਦ ਕਰਨ ਦੀ ਧਮਕੀ ਵੀ ਦਿੱਤੀ ਗਈ। ਕੀ ਕੁਝ ਗੱਲਬਾਤ ਹੋ ਰਹੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਦੇ ਇੱਕ ਵਰਕਰ ਵਿਚਾਲੇ ਤੇ ਕੀ ਕੁਝ ਰਾਜਾ ਵੜਿੰਗ ਕਹਿੰਦੇ ਵਿਖਾਈ ਦਿੱਤੇ ਇਸ ਆਡੀਓ ਦੇ ਵਿੱਚ ਸੁਣਵਾਉਂਦੇ ਆ ਤੁਹਾਨੂੰ। ਹੈਲੋ ਸਰ ਜੀ। हाँ भी प्रेम जी नहीं हाँ सर, सत श्री अकाल सर। सत श्री अकाल जी। हाँ सर, बेनती है, सारी पंचायत खड़ी बेनती है थोड़े 307 ਦਾ ਪਰਚਾ ਦੇਊਂਗਾ ਇਹਦੇ ਤੇ। ਨਹੀਂ ਸਰ, ਮੇਰੇ ਜਮਾਨਤ ਨਹੀਂ ਹੋਣੀ। ਮੇਰੇ ਤੇ ਦੇ ਦਿਓ ਜੀ, ਬੇਨਤੀ ਹੈ ਸਰ। ਮੇਰੇ ਤੇ ਨਹੀਂ ਦੇ ਦੇਵੇ, ਬੋਲਦਾ ਯਾਰ ਇਹਨੂੰ ਬੋਲਣ ਸਰ ਇਹਨਾਂ ਤੁਹਾਡੇ ਆ ਕੇ ਨਾ ਤੁਹਾਡੇ ਸਵੇਰੇ ਆ ਕੇ ਜੀ ਸਰ ਮੈਂ ਤੁਹਾਡੇ ਪੈਰੀ ਫੜਵਾ ਦੇਂਗੇ ਜੀ, ਤੁਹਾਡੇ ਗਲਤੀ ਮੰਗਾ ਦੇਂਗੇ। ਇਹ ਤਾਂ ਜੇ ਗੱਲ ਸੁਣੋ ਯਾਰ, ਮੇਰੀ ਸਾਡੀ ਸਰਕਾਰ 'ਚ ਜੇ ਸਾਡੇ ਕੋਲ ਗੱਲ ਪਊਗਾ ਅਸੀਂ ਆਪਣੀ ਇੱਜ਼ਤ ਹੀ ਨਹੀਂ ਬਚਾ ਸਕਦੇ, ਅਸੀਂ ਲੋਕਾਂ ਦੀ ਕਿਵੇਂ ਬਚਾਵਾਂਗੇ। ਹਾਂ ਨਹੀਂ ਸਰ, ਸਾਨੂੰ ਨਾ ਸਾਰੇ ਮੱਲੇ ਨੇ ਇੰਨੇ ਸੁੱਕਿਆ ਜੀ ਉਹਨੂੰ ਤੇ ਰੋਣ ਲੱਗੇ, ਜਦੋਂ ਬੱਚੇ ਵੀ ਰੋਣ ਲੱਗੇ ਸਰ ਉਹਦੇ। ਨਹੀਂ ਇਹ ਤਾਂ ਵੈਸੇ ਫੜਿਆ, ਇਹ ਤਾਂ ਮੈਂ ਕਿਹਾ ਫੜ ਕੇ ਤੇ 307 ਲਾਓ ਤੇ ਇਹਨੂੰ ਪਤਾ ਲੱਗੇ 3 ਮਹੀਨੇ ਅੰਦਰ ਰਹੂਗਾ। ਜਦੋਂ 2-4 ਲੱਖ ਰੁਪਏ ਲੱਗੂ ਇਹਨੂੰ ਤਾਂ ਡਿੰਪੀ ਹਰੀ ਜਾਵੜੇ ਦੇ ਅੰਦਰ, ਤੇਰਾ ਕੁਝ ਨਹੀਂ ਬਣਨਾ। ਸਰ ਬਹੁਤ ਮੂਰਖ ਹੈ ਜੀ, ਬਹੁਤ ਮੂਰਖ ਹੈ ਸਰ। ਜੋ ਵੀ ਕੁਝ ਮੈਨੂੰ ਸਜ਼ਾ ਦੇਣੀ ਮੈਨੂੰ ਦੇ ਦਿਓ ਸਰ ਤੁਸੀਂ। ਨਹੀਂ ਪ੍ਰੇਮ, ਇਹਨੂੰ ਲਾ ਲੈਂਦੇ ਯਾਰ ਅਜੇ ਕੋਈ 2 ਦਿਨ ਸਰ। ਉਹਨੇ ਬੱਚੇ ਆ ਗਏ ਜੀ ਸਰ, ਉਹ ਵਿਚਾਰੇ ਰੋਈ ਜਾਂਦੇ। ਜਿਨ੍ਹਾਂ ਦੇ ਸਰ ਤੁਸੀਂ ਉਹਨਾਂ ਦੀ ਮਾਤਾ ਖੜੀ ਸੀ ਨਾ, ਤੁਸੀਂ ਵਧਾਈ ਦੇ ਰਹੇ ਸੀ, ਉਹਨਾਂ ਦੀ ਮਾਤਾ ਸੀ ਸਰ ਉਹੀ। ਉਹ ਸਵੇਰੇ ਤੁਹਾਡੀ ਕੋਠੀ ਲੈ ਕੇ ਆਵਾਂਗੇ ਸਰ ਅਸੀਂ ਜੀ। ਆ ਜੂਲੀ ਰੋ ਪਿਆ ਜੀ ਸਰ। ਬੇਨਤੀ ਹੈ ਸਰ, ਕਹਿ ਦਿਓ ਐਸਐਚਓ ਸਾਹਿਬ ਨੂੰ। ਗੱਲ ਯਾਰ ਪ੍ਰੇਮ, ਜੇ ਸੁਬਾਹ ਆ ਕੇ ਨੇ ਮਾਫੀ ਨਾ ਮੰਗੀ ਮੈਂ ਸਰ ਮੈਂ ਲੈ ਕੇ ਆਉਂ ਸਰ ਅਸੀਂ ਸਰ ਜੂਲੀ ਬੋਲ ਰਿਹਾ ਜੀ ਮੈਂ। ਸਵੇਰੇ ਉਹ ਮੈਨੂੰ ਵੀ ਕਹੀ ਜਾਂਦਾ ਸੀ, ਮੇਰੀ ਮਿਹਨਤ ਕਰੀ ਜਾਂਦੇ, ਮੈਨੂੰ ਲੈ ਕੇ ਆਈ ਸਵੇਰੇ ਜੀ। ਮੈਂ ਤੁਹਾਡੀ ਕਸਮ ਜੀ ਮੈਂ ਲੈ ਕੇ ਆਉਂਗਾ, ਸਵੇਰੇ ਲੈ ਕੇ ਆਵਾਂਗੇ ਜੀ। ਨਹੀਂ ਮੈਂ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਆਪਦੀ ਕੋਠੀ 'ਚ ਨਹੀਂ ਵਾੜਨਾ ਜੇ ਆਇਆ ਨਾ। ਸਰ ਮੈਂ ਅਸੀਂ ਤਾਂ ਧੱਕੇ ਨਾਲੇ ਵੜਦੇ ਕੋਠੀ ਜੀ। ਸਰ ਤੁਹਾਡੀ ਕੋਠੀ ਕਿੱਥੋਂ ਆਈ? ਕੋਠੀ ਤਾਂ ਸਾਡੀ ਹੈ ਸਰ। ਨਹੀਂ ਤੁਹਾਡੀ ਕੋਠੀ ਹੈ, ਤੁਸੀਂ ਮਾਲਕ ਆ ਪ੍ਰੇਮ, ਤੁਹਾਨੂੰ ਇੱਜ਼ਤ ਦਿੰਦੇ ਆ, ਪਰ ਇਹ ਥੋੜੀ ਕੋਈ ਮੇਰੀ ਇੱਜ਼ਤ ਨੂੰ ਨਹੀਂ ਸਰ, ਮੈਂ ਕਸਮ ਚੱਕਦਾ ਜੀ, ਬਹੁਤ ਬੇਇੱਜ਼ਤੀ ਕੀਤੀ ਹੈ ਜੀ ਉਹਦੀ ਜੀ ਸਰ, ਬਹੁਤ ਬੇਇੱਜ਼ਤੀ ਕੀਤੀ ਹੈ। ਨਹੀਂ ਸਰ, ਨਹੀਂ ਪੁਲਿਸ ਸਰ, ਪੁਲਿਸ ਸਰ ਸਾਡੀ ਬੇਇੱਜ਼ਤੀ ਹੋ ਜਾਣੀ ਸਰ, ਸੱਚੀ ਗੱਲ ਹੈ ਜੀ। ਮਹੱਲੇ 'ਚ ਨਾ ਸਾਡੀ ਬੇਇੱਜ਼ਤੀ ਹੁੰਦੀ ਹੈ ਸਰ। ਮੈਂ ਸਵੇਰੇ ਤੁਹਾਡੇ ਪੈਰ ਫੜੂਗਾ ਜੀ। ਮੈਂ ਤੁਹਾਡੇ ਕੋਲ ਸਵੇਰੇ ਲੈ ਕੇ ਆਉਂਗਾ। ਇਹ ਐਨਕਾਂ ਮੁੜ ਕੇ ਲਾ ਕੇ ਮੈਨੂੰ ਦਿਖਾਈ ਤਾਂ ਮੇਰਾ ਫੜਾ ਵੀ ਚੁਕਾਉਂਗਾ ਜਿਹੜਾ ਇਹਨੇ ਫੜਾ ਲਾਇਆ ਨਜਾਇਜ਼। ਨਹੀਂ ਸਰ, ਗਰੀਬ ਬੰਦਾ ਇਹ ਤਾਂ ਹਰਾਮ ਜਾਦਾ ਇਹਨੇ ਕੰਜਰ ਉਹਦੇ ਛੱਤਰ ਮਾਰਾਂਗੇ ਅਸੀਂ ਪੰਚਾਇਤ ਦੇ ਵਿੱਚ ਵੀ। ਤੁਹਾਡੇ ਕੋਲ ਸਵੇਰ ਕਿੰਨੇ ਵਜੇ ਲੈ ਕੇ ਆਈ ਸਰ, ਤੁਸੀਂ ਦੱਸੋ ਸਰ। ਉਹਨੇ ਗੱਲ ਲਿਆਉਣ ਦੀ ਕੀਤੀ ਅੱਜ, ਮੈਨੂੰ ਬੜਾ ਗੁੱਸਾ ਚੜਿਆ ਮੈਨੂੰ ਸਰ ਜੀ। ਅਸੀਂ ਸਾਡੀ ਜੈਨਤੀ ਨਾ ਸਹੀ ਢੰਗ ਨਾਲ ਨਹੀਂ ਕਰਦੇ ਜੀ। ਤੇ ਮੈਂ ਕਦੇ ਨਹੀਂ ਆਇਆ, ਮੈਂ ਤੇਰੇ ਕਹਿਣ ਤੇ ਜੂਲੀ ਦੇ ਕਹਿਣ ਤੇ ਆਇਆ। ਮੈਂ ਕਿਹਾ ਯਾਰ ਵੀ ਇਹਨਾਂ ਨੇ ਮੈਨੂੰ ਸੱਦਿਆ, ਉਹ ਕਹਿੰਦੇ ਪੈਸੇ ਨਹੀਂ ਚਾਹੀਦੇ ਤੂੰ ਆਈ। ਐਤਕੀ ਤਾਂ ਹੀ ਹਾਂਜੀ 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 ਮੈਨੂੰ ਨੇ ਕਿਹਾ ਵੀ ਪੈਸੇ ਨਹੀਂ ਚਾਹੀਦੇ ਤੂੰ ਆਉਣਾ। ਹਾਂ ਬਿਲਕੁਲ ਜੀ ਬਿਲਕੁਲ, ਮੈਂ ਕਿਹਾ ਸੀ ਜੀ ਮੈਨੂੰ ਪੈਸੇ ਨਹੀਂ ਚਾਹੀਦੇ ਸਰ, ਮੈਂ ਤੁਹਾਨੂੰ ਲੈ ਕੇ ਆਇਆ ਸਰ। ਇਸ ਇੱਜ਼ਤ ਮਾਨ ਕਰਕੇ ਮੈਂ ਆਇਆ। ਮੈਂ ਕਿਹਾ ਯਾਰ ਵਿਚਾਰੇ ਨੇ ਪੈਸੇ ਦੀ ਕੋਈ ਡਿਮਾਂਡ ਨਹੀਂ ਕੀਤੀ, ਉਹਨਾਂ ਨੇ ਮੈਨੂੰ ਸੱਦਿਆ। ਮੈਂ ਕਿਹਾ ਕੋਈ ਗੱਲ ਨਹੀਂ, ਚਲੋ ਅਸੀਂ ਝਾਕੀ, ਸਾਡੇ ਕਿਹੜਾ ਗੁਰੂ ਦਾ ਦਿਹਾੜਾ ਨਹੀਂ। ਅਸੀਂ ਬਿਲਕੁਲ ਬਿਲਕੁਲ ਜੀ ਬਿਲਕੁਲ, ਆਪ ਜੀ ਤਾਂ ਸੂਝ-ਬੂਝ ਬੰਦੇ ਹੋ ਸਰ। ਮਾਨ ਨਾਲ ਸੱਦਿਆ। ਜੇ ਤੁਸੀਂ ਮੈਨੂੰ ਪਹਿਲੇ ਦਿਨ ਆ ਕੇ ਕਹਿੰਦੇ ਵੀ ਸਾਨੂੰ ਤਾਂ ਪੈਸੇ ਚਾਹੀਦੇ, ਮੈਂ ਨਹੀਂ ਆਉਣਾ ਸਰ। ਅੱਜ ਸਾਡੀ ਬੇਇੱਜ਼ਤੀ ਹੋਈ ਹੈ ਜੀ। ਅੱਜ ਸਾਡੀ ਬੇਇੱਜ਼ਤੀ ਹੈ, ਤੁਹਾਡੀ ਨਹੀਂ ਸਰ। ਸਾਡੀ ਬੇਇੱਜ਼ਤੀ ਹੋਈ ਹੈ, ਅਸੀਂ ਨੇ ਬਹੁਤ ਬੇਇੱਜ਼ਤੀ। ਮੈਨੂੰ ਕਹਿੰਦਾ ਤੂੰ ਬੋਲਦਾ ਕਿਵੇਂ? ਹਾਲਾਂਕਿ ਮੈਨੂੰ ਐਵੇਂ ਸਵਾਲ ਕਰੀ ਜਾਂਦਾ ਹੈ, ਜਦੋਂ ਤੂੰ ਮੇਰੀ ਪਾਰਟੀ ਦਾ ਨਹੀਂ, ਤੂੰ ਮੈਨੂੰ ਕਹਿ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਾਈ ਜੀ। ਸਰ ਅਸੀਂ ਮੰਦਰ ਪਾਰਟੀ ਔਰ ਮੇਰੀ ਪਾਰਟੀ ਔਰ ਤੂੰ ਆਪਦਾ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬੁਲਾ, ਤੂੰ ਲੈਣਾ ਕੀ ਮੈਨੂੰ ਛੇੜ ਕੇ? ਹਾਂ ਨਹੀਂ ਸਰ, ਅਸੀਂ ਮੰਦਰ 'ਚ ਬੁਲਾ ਕੇ ਬੇਇੱਜ਼ਤੀ ਬਹੁਤ ਕੀਤੀ ਹੈ ਜੀ। ਪ੍ਰੇਮ ਤੂੰ ਪੁੱਛ ਸਕਦਾ, ਇਹ ਸਵਾਲ ਜੂਲੀ ਪੁੱਛ ਸਕਦਾ। ਪੁੱਛਿਆ ਜੀ ਸਰ, ਅਸੀਂ ਪੁੱਛਿਆ ਜੀ। ਉਹ ਸਰ ਗਲਤੀ ਹੋ ਗਈ ਉਹਨੂੰ। ਸਾਡਾ ਤੁਹਾਡੇ ਤੇ ਪੂਰਾ ਹੱਕ ਹੈਗਾ ਜੀ, ਅਸੀਂ ਪੁੱਛ ਸਕਦੇ ਹਾਂ। ਮੈਂ ਨਹੀਂ ਗੱਲ ਕਹੀ ਹੈ, ਮੈਂ ਸਾਡਾ ਵੜਿੰਗ ਸਾਹਿਬ ਰੋਬ ਪੂਰਾ ਹੈ। ਇਹਨੇ ਮੈਨੂੰ ਵੋਟ ਨਹੀਂ ਪਾਈ, ਜੇ
ਜਿਹੜਾ ਅਕਾਲੀ ਦਲ ਦਾ ਐਮਸੀ ਉਹ ਮੈਨੂੰ ਇਹ ਸਵਾਲ ਕਿਵੇਂ ਪੁੱਛ ਸਕਦਾ ਹੈ? ਨਹੀਂ ਪੁੱਛ ਸਕਦਾ ਜੀ, ਨਹੀਂ ਕੋਈ ਪੁੱਛ ਸਕਦਾ ਹੈ, ਕੋਈ ਬੇਬੇ ਪੁੱਛ ਸਕਦੀ ਹੈ, ਕੋਈ ਆਮ ਬੰਦਾ ਪੁੱਛ ਸਕਦਾ। ਹਾਂਜੀ ਸਰ, ਹਾਂਜੀ 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 ਸਰ, ਕੋਈ ਨਹੀਂ, ਪੈਰ ਫੜ ਕੇ ਬੇਨਤੀ, ਤੁਹਾਡੇ ਕੋਲ ਸੁਬਾਹ ਆ ਜਾਵਾਂਗੇ ਸਵੇਰੇ ਲੈ ਕੇ ਆਉਂਗਾ ਜੀ, ਸਵੇਰੇ ਪੱਕਾ ਲੈ ਕੇ ਆਉਂਗੇ ਤੁਹਾਡੇ ਕੋਲ ਜੀ। ਮੇਰੀ ਹੋਣਾ ਕਰਾ ਦੀ ਮੈਂ ਨਹੀਂ ਸਰ, ਲੈ ਕੇ ਆਵਾਂਗੇ ਸਰ। ਸਵੇਰੇ ਕਿੰਨੇ ਵਜੇ ਆਈਏ ਤੁਹਾਡੇ ਕੋਲੇ? ਸਰ ਕਿੰਨੇ ਵਜੇ ਆਈਏ ਸਰ ਤੁਹਾਡੇ ਕੋਲੇ? ਕੋਈ ਨਹੀਂ, ਮੈਂ ਆ ਜਾਊਂ ਸੁਬਾਹ 8:30 ਵਜੇ ਆ ਜਾਊਂ। ਠੀਕ ਹੈ ਸਰ ਜੀ, ਮੈਂ ਤੁਹਾਡੇ ਕੋਲੇ ਪਹੁੰਚ ਜਾਵਾਂਗੇ। ਤੁਹਾਡੇ ਕੋਲ ਕੋਠੀ ਆਵਾਂਗੇ ਜੀ ਸਰ, ਇਹਨੂੰ ਲੈ ਕੇ। ਠੀਕ ਹੈ, ਹਾਂ ਠੀਕ ਹੈ ਸਰ, ਆਖਿਓ ਸਰ ਐਸਐਚਓ ਸਾਹਿਬ ਨੂੰ ਕਹਿ ਦਿਓ ਸਰ। ਮੇਰੀ ਗੱਲ ਕਰਾ ਦੇ ਐਸਐਚਓ ਨਾਲ। ਉਹ ਸਰ ਐਸਐਚਓ ਸਾਹਿਬ ਨੇ ਹੈ ਨਹੀਂ ਕਿ ਜੀ, ਹੁਣੀ ਗਏ, ਉਹ ਕਹਿੰਦੇ ਵੀ ਹਾਂ ਰੇਡ ਤੇ ਗਏ ਸਰ, ਕਹਿੰਦੇ ਵੀ ਉਹ ਫੋਨ ਆ ਜਾਊਗਾ ਤੇ ਐਸਐਚਓ ਬਈ ਬਿਡਿੰਗ ਸਾਹਿਬ ਤੋਂ ਮੈਂ ਕਰ ਦੂੰਗਾ ਜੀ, ਸਾਹਿਬ ਜੀਆਂ ਦੇ ਬਾਰੇ ਕਹਿੰਦੇ ਜੀ। ਇਹਦਾ ਹੁਣ ਇਹਦਾ ਦਿਮਾਗ ਖਰਾਬ ਹੋ ਗਿਆ, ਮੈਂ ਕਿਸੇ ਤੋਂ ਹੋਰ ਛੁੱਟਦਾ, ਇਹਨੂੰ ਕਹ ਲਾਲਾ ਜੋਰ ਜੇ ਛੁੱਟਦਾ ਤਾਂ। ਨਹੀਂ ਸਰ, ਨਹੀਂ 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 ਨਹੀਂ, ਆਪ ਜੇ ਤੋਂ ਬਗੈਰ ਤਾਂ ਕੁਝ ਨਹੀਂ ਹੋ ਸਕਦਾ ਜੀ, ਪਤਾ ਨਹੀਂ ਹਿਲ ਸਕਦਾ ਸ਼ਹਿਰ 'ਚ ਜੀ, ਤੇ ਉਹਦੀ ਤਾਂ ਕੀ ਔਕਾਤ ਹੈ ਸਰ? ਯਾਰ ਜੇ ਮੈਂ ਐਸਐਚਓ ਨੂੰ ਮੈਂ ਆਪਦੀ ਇੱਜ਼ਤ ਹੀ ਨਹੀਂ ਬਚਾ ਸਕਦਾ, ਮੈਂ ਪ੍ਰੇਮ ਕੱਲ ਨੂੰ ਤੇਰੇ ਤੇ ਕੋਈ ਹਮਲਾ ਕਰਦੇ ਮੈਂ ਤੈਨੂੰ ਕੀ ਬਚਾਊਂਗਾ? ਹਾਂ ਇਹ ਤਾਂ ਗੱਲ ਠੀਕ ਹੈ ਸਰ ਜੀ, ਠੀਕ ਹੈ ਜੀ, ਠੀਕ ਹੈ, ਨਹੀਂ ਠੀਕ ਹੈ ਸਰ ਜੀ। ਅੱਜ ਤੋਂ ਬਾਅਦ ਨਾ ਸਰ ਵੀ ਜਿਹੜਾ ਸਾਨੂੰ ਸਜ਼ਾ ਦੇਣੀ ਦੇ ਦਿਓ, ਲੇਕਿਨ ਇੱਕ ਵਾਰੀ ਇਹਨੂੰ ਮੁਆਵਜ਼ੇ ਤੁਹਾਡੇ ਨਾਲ ਸਵੇਰੇ ਲਿਆ ਕੇ ਨਾ ਤੁਸੀਂ ਮੈਨੂੰ ਸਾਨੂੰ ਕਹਿਓ ਸਰ ਜੀ। ਤੁਸੀਂ ਇਹ ਹੈ ਕਿੱਥੇ ਹੁਣ? ਇਹ ਥਾਣੇ 'ਚ ਹੈ ਸਰ ਜੀ, ਤੁਹਾਡੇ ਕੋਲੇ ਹੈ? ਨਹੀਂ ਜੀ, ਅੰਦਰ ਖੜਾ ਹੈ ਜੀ, ਅੰਦਰ ਹੈ ਜੇਲ੍ਹ 'ਚ ਜੀ। ਨਹੀਂ ਦਿੰਦੇ ਅੰਦਰ ਜੀ, ਬਸ ਜੇ ਕੀ ਦੇਣਾ ਸੀ ਐਸਐਚਓ ਹੈ ਨਾ, ਪੰਗਾ ਵੀ ਨਾ ਲਿਓ, ਅੱਗੇ ਨਹੀਂ ਦਿੱਤੇ ਜਦੋਂ ਨਹੀਂ ਸਰ ਜੀ, ਹਾਂ ਮਿਹਰਬਾਨੀ ਸਰ, ਤੁਹਾਡੀ ਬਹੁਤ ਬਹੁਤ ਧੰਨਵਾਦ ਸਰ ਜੀ, ਮਿਹਰਬਾਨੀ ਸਰ। ਤੁਹਾਡੇ ਕੋਲ ਸੁਬਾਹ ਪਹੁੰਚ ਗਏ ਸਰ? ਚੜਾਉਣ ਲੱਗੇ ਸਰ ਹਾਂਜੀ 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 ਹਾਂਜੀ, ਤੇ ਸਰ ਸੁਬਾਹ ਤੁਹਾਡੇ ਕੋਲੇ ਪਹੁੰਚ ਜਾਵਾਂਗੇ ਜੀ ਸਰ ਅਸੀਂ। ਹੈਂ, ਓਕੇ ਵੀਰੇ, ਠੀਕ ਹੈ ਸਰ, ਸਤਿ ਸ਼੍ਰੀ ਅਕਾਲ ਸਰ। ਤਾਂ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਕਈ ਵਾਰ ਆਪਣੇ ਮੂੰਹੋਂ ਕੱਢੇ ਗਏ ਸ਼ਬਦਾਂ ਕਾਰਨ ਵਿਵਾਦਾਂ 'ਚ ਰਹਿਣ ਵਾਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਸ ਵਾਰ ਜਿਹੜਾ ਆਡੀਓ ਵਾਇਰਲ ਹੋਇਆ, ਸਪਸ਼ਟ ਤੌਰ ਤੇ ਵਿਖਾਈ ਦੇ ਰਿਹਾ ਕਿ ਆਪਣੀ ਅਖੌਤੀ ਸ਼ਾਨ ਕਾਰਨ, ਆਪਣੀ ਅਖੌਤੀ ਇੱਜ਼ਤ ਕਾਰਨ ਕਿਸ ਢੰਗ ਦੇ ਨਾਲ ਇੱਕ ਪੁੱਛਿਆ ਗਿਆ ਸਵਾਲ ਉਹਨਾਂ ਨੂੰ ਇੰਜ ਚੁੱਭਦਾ ਹੈ ਕਿ ਪੁਲਿਸ ਨੂੰ ਫੋਨ ਮਾਰ ਕੇ ਉਸ ਅਕਾਲੀ ਐਮਸੀ ਦੇ ਪਤੀ ਨੂੰ ਚੁੱਕ ਕੇ ਥਾਣੇ ਪਹੁੰਚਾ ਦਿੱਤਾ ਜਾਂਦਾ ਹੈ ਤੇ 307 ਦਾ ਝੂਠਾ ਪਰਚਾ ਦੇ ਕੇ ਉਸ ਨੂੰ ਜੇਲ੍ਹ ਦੇ ਅੰਦਰ ਢੱਕਣ ਦੀਆਂ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਕਾਂਗਰਸੀ ਵਰਕਰ ਮਿੰਨਤਾਂ ਕੱਢਦਾ ਵਿਖਾਈ ਦਿੰਦਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਿ ਬਖਸ਼ ਦਿੱਤਾ ਜਾਵੇ ਉਸ ਸ਼ਖਸ ਨੂੰ, ਕਿਉਂਕਿ ਗਲਤੀ ਹੋ ਗਈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲੋਂ ਉਸਨੇ ਵਿਕਾਸ ਬਾਰੇ, ਗਲੀ ਦੇ ਕੰਮ ਬਾਰੇ ਇੱਕ ਸਵਾਲ ਪੁੱਛ ਲਿਆ। ਅਮਰਿੰਦਰ ਸਿੰਘ ਰਾਜਾ ਵੜਿੰਗ ਉਸ ਨੂੰ ਕਹਿੰਦੇ ਨੇ ਕਿ ਉਸ ਦੀ ਕੋਠੀ ਤੇ ਆ ਕੇ ਮਾਫੀ ਮੰਗੇ, ਹਾਜ਼ਰੀ ਭਰੇ, ਨਹੀਂ ਤਾਂ ਐਸਐਚਓ ਨੂੰ ਕਹਿ ਕੇ ਅਜਿਹਾ ਪਰਚਾ ਦੇ ਕੇ ਉਸ ਨੂੰ ਅੰਦਰ ਡੱਕਿਆ ਜਾਵੇਗਾ ਕਿ 5-6 ਲੱਖ ਦੇ ਕੇ ਵੀ ਉਹ ਛੁੱਟਦਾ ਨਹੀਂ। ਇਹ ਆਡੀਓ ਦੇ ਵਿੱਚ ਗੱਲਾਂ ਅਸੀਂ ਸੁਣੀਆਂ, ਤੁਸੀਂ ਵੀ ਸੁਣੀਆਂ ਗੱਲਾਂ। ਫਿਲਹਾਲ ਸਾਡੇ ਨਾਲ ਫੋਨ ਲਾਈਨ ਤੇ ਬਿੱਟੂ ਫੁੱਲਾਂਵਾਲਾ, ਉਹ ਸ਼ਖਸ, ਉਹ ਪੀੜਤ ਸਾਡੇ ਨਾਲ ਜੁੜ ਚੁੱਕਿਆ ਹੈ ਜਿਸ ਨੂੰ ਜੇਲ੍ਹ ਦੇ ਅੰਦਰ ਡੱਕਿਆ ਗਿਆ। ਜੀ ਬਿੱਟੂ, ਆਡੀਓ ਜਿਹੜੀ ਵਾਇਰਲ ਹੋ ਰਹੀ ਹੈ ਅਸੀਂ ਸੁਣੀ ਹੈ ਤੁਸੀਂ, ਪਰ ਤੁਹਾਡੇ ਮੂੰਹੋਂ ਜਾਣਨਾ ਚਾਹਾਂਗੇ ਕੀ ਹੈ ਤੁਹਾਡੀ ਹੱਡ ਬੀਤੀ, ਕੀ ਕੁਝ ਹੋਇਆ ਸੀ? ਸਰ ਸਾਡਾ ਵਾਲਮੀਕ ਦਾ ਜਨਮ ਦਿਨ ਸੀਗਾ, ਉੱਥੇ ਆਇਆ ਸੀਗਾ ਜੀ। ਹੈਲੋ ਜੀ ਜੀ ਜੀ, ਸੁਣ ਪਾ ਰਹੇ ਹਾਂ ਅਸੀਂ ਤੁਹਾਨੂੰ, ਤੁਸੀਂ ਬਿਆਨ ਕਰੋ ਆਪਣੀ ਹੱਡ ਬੀਤੀ। ਸਾਡੇ ਵਾਲਮੀਕ ਦਾ ਜਨਮ ਦਿਨ ਸੀਗਾ, ਮੈਂ ਆਪਦੇ, ਮੇਰੀ ਵਾਈਫ ਰਿਤੂ ਐਂਡ ਐਮਸੀ ਤਾਂਤ ਸੀਗੇ ਜੀ, ਤੇ ਪਬਲਿਕ ਸਾਡੀ ਜਿਹੜੇ ਸਮਾਜ ਦੇ ਲੋਕ ਕਹਿੰਦੇ ਵੀ 3 ਸਾਲ ਹੋ ਗਏ ਵੀ ਤੂੰ ਬਾਕੀ ਸਾਰੀਆਂ ਗਲੀਆਂ ਬਣ ਗਈ, ਵੀ ਇਹ ਗਲੀ ਕਿਉਂ ਨਹੀਂ ਬਣ ਰਹੀ? ਮੈਂ ਕਿਹਾ ਭਾਈ ਇਹ ਗਲੀ ਬਣੂਗੀ, ਪੈਸੇ ਆਏ ਹੋਏ ਹੈ ਨਗਰ ਕੌਂਸਲ 'ਚ। ਇਹ ਮੈਂ ਕਿਹਾ ਇਹਨੂੰ ਆਪਣੇ ਰਾਜਾ ਵੜਿੰਗ ਸਾਹਿਬ ਆਏ ਸੀ ਉੱਥੇ ਮਹੱਲੇ ਦੇ ਵਿੱਚ, ਤੇ ਸਾਨੂੰ ਇਸ ਗੱਲ ਦਾ, ਮੈਂ ਉਹਨੂੰ ਕਿਹਾ ਵੀ ਸਾਡੀ ਗਲੀ ਕਿਉਂ ਨਹੀਂ? ਮੈਨੂੰ ਕਹਿੰਦਾ ਵੀ ਤੂੰ ਕੌਣ ਹੁੰਦਾ, ਮੈਨੂੰ ਗਲੀ ਦਾ ਨਹੀਂ ਨਾ, ਤੇ ਮੈਨੂੰ ਗਲੀ ਦੇ ਬਾਰੇ ਕਹਿਣ ਲੱਗਿਆ। ਤੇ ਕੋਲੇ ਐਸਐਚਓ ਖੜੇ ਸੀ, ਕਹਿੰਦਾ ਵੀ ਜੇ ਸ਼ਾਮ ਤੱਕ ਇਹਨੂੰ ਨਾ ਚੱਕਿਆ, ਜਾਂ ਇਸ ਤੇ ਪਰਚਾ ਨਾ ਦਿੱਤਾ, ਜਾਂ ਤਾਂ ਤੂੰ ਨਹੀਂ ਜਾਂ ਇਹ ਨਹੀਂ ਜੀ। ਤੇ ਸ਼ਾਮ ਨੂੰ ਮੈਨੂੰ ਘਰੋਂ ਆ ਕੇ ਗੱਡੀ ਆਈ ਜਿਸ 'ਚ 15-20-25 ਜਣੇ ਮੁਲਾਜ਼ਮ ਸੀ ਜੀ, ਮੇਰੇ ਨਿੱਕੇ ਨਿੱਕੇ ਬੱਚੇ ਜੀ, ਤੇ ਮੈਨੂੰ ਘਰੋਂ ਕੇ ਥਾਣੇ ਲੈ ਗਏ ਜੀ। ਤੇ ਮੈਨੂੰ ਮੇਰੀ ਜਿਹੜੇ ਸਮਾਜ ਦੇ ਸੀ ਸਾਰੇ ਮਹੱਲੇ ਦੇ ਉਹ ਆ ਗਏ ਜੀ। ਉੱਥੇ 150-200 ਵਾਲਮੀਕ ਦੀ ਜਯੰਤੀ ਸੀ, ਸ਼ਾਮ ਨੂੰ ਕੀਰਤਨ ਹੁੰਦੀ ਹੈ ਸਾਡੇ ਜੀ ਵਾਲਮੀਕ ਦੀ ਜੀ, ਤੇ ਉਹਦੇ ਬਾਰੇ ਸਾਨੂੰ ਉਹਨਾਂ ਨੂੰ ਪਤਾ ਲੱਗਿਆ, ਮੇਰੇ ਬੱਚੇ ਦੱਸਣ ਲੱਗੇ, ਤੇ ਉਹ ਸਾਰੇ ਮਹੱਲੇ ਬਰਾਦਰੀ ਸਾਡੇ ਉੱਥੇ ਥਾਣੇ ਆ ਗਏ ਜੀ, ਸਿਟੀ ਥਾਣੇ 'ਚ। ਤੇ ਐਸਐਚਓ ਨੂੰ ਮਿਲੇ, ਉਹ ਕਹਿੰਦੇ ਬਈ ਜਦੋਂ ਤੱਕ ਰਾਜਾ ਵੜਿੰਗ ਨਹੀਂ ਕਹਿੰਦਾ ਜਦੋਂ ਤੱਕ ਮੈਂ ਇਹਨੂੰ ਛੱਡਦਾ ਜੀ, ਤੇ ਨਾ ਹੀ ਮੇਰੇ ਤੇ ਕੋਈ ਗੱਲ ਦਾ ਕੋਈ ਉਹ ਸੀਗੇ ਜੀ। ਮੈਂ ਆਪਦਾ ਦੁਰਗਾ ਮੰਦਿਰ ਕੋਲੇ ਫਲਾਵਰ ਦਾ ਕੰਮ ਕਰਦਾ ਜੀ, ਜੀ, ਤੇ ਆਪਦਾ ਬੱਚੇ ਪਾਲਦਾ ਜੀ ਆਪਦੇ। ਹਾਂ,
ਠੀਕ ਹੈ ਬਿੱਟੂ, ਜਾਨਣਾ ਚਾਹਾਂਗੇ ਤੁਹਾਡੇ ਕੋਲੋਂ ਉਸ ਤੋਂ ਬਾਅਦ ਕੀ ਹੋਇਆ। ਜਿਸ ਢੰਗ ਨਾਲ ਤੁਸੀਂ ਦੱਸਿਆ ਕਿ 25-30 ਪੁਲਿਸ ਮੁਲਾਜ਼ਮ ਆਪਣੀ ਗੱਡੀ 'ਚ ਆਏ, ਤੁਹਾਨੂੰ ਚੁੱਕ ਕੇ ਥਾਣੇ ਲਿਜਾਇਆ ਗਿਆ, ਪਰ ਜਿਸ ਢੰਗ ਦੇ ਨਾਲ ਕਾਂਗਰਸੀ ਵਰਕਰ ਦੀ ਵੀ ਅਸੀਂ ਗੱਲ ਸੁਣੀ, ਮਾਫੀ ਦੇ ਲਈ ਕੋਠੀ ਦੇ ਵਿੱਚ ਹਾਜ਼ਰੀ ਭਰਨ ਦੀ ਗੱਲ ਕਹੀ ਜਾ ਰਹੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ। ਕੀ ਕੁਝ ਹੋਇਆ ਉਸ ਤੋਂ ਬਾਅਦ? ਕਿ ਗਏ ਸੀ ਤੁਸੀਂ ਕੋਠੀ, ਜਾਂ ਫਿਰ ਵਾਕਈ 'ਚ ਪੁਲਿਸ ਨੇ ਕੀ ਕੁਝ ਤਸ਼ੱਦਦ ਕੀਤੀ ਤੁਹਾਡੇ ਉੱਪਰ? ਕਿਸ ਢੰਗ ਦੇ ਨਾਲ 307 ਦਾ ਪਰਚਾ ਦੇਣ ਦੀ ਧਮਕੀ ਤੁਹਾਨੂੰ ਦਿੱਤੀ ਗਈ? ਸਾਰੀਆਂ ਗੱਲਾਂ ਵਿਸਥਾਰ ਨਾਲ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ। ਸਰ ਮੈਨੂੰ ਵੀ ਤੇਰਾ ਅੱਡਾ ਫੁੱਲਾਂ ਦਾ ਲੱਗਦਾ ਨਾ, ਉੱਥੇ ਮੰਦਰ ਕੋਲੇ ਤੇਰਾ ਮੇਰੇ 5 ਮਿੰਟ ਦਾ ਖੇਡ ਹੈ, ਤੈਨੂੰ ਤਾਂ 5 ਮਿੰਟਾਂ 'ਚ ਤੇਰਾ ਅੱਡਾ ਉੱਡਾ ਚੁਕਾ ਦੂੰਗਾ, ਤੈਨੂੰ ਨਾ ਜਮਾ ਉਹ ਕਰ ਦੂੰਗਾ ਵੀ ਤੂੰ ਮਤਲਬ ਵੀ ਅੱਡਾ ਲਾਉਂਦਾ ਨਾ ਜਿਹੜਾ, ਤੇ ਤੂੰ ਲਾ ਕੇ ਦਿਖਾਈ ਮੰਦਰ ਕੋਲੇ ਅੱਡਾ। ਕਹਿੰਦਾ ਤੂੰ ਬੜਾ ਬਣਿਆ ਫਿਰਦਾ ਹੈਗਾ ਕਾਲੀ ਵਰਕਰ। ਸਰ ਮੈਂ ਤਾਂ ਕੋਈ ਆਪਾਂ ਤਾਂ ਕੋਈ ਕਾਲੀ ਵਰਕਰ ਵਾਲੀ ਗੱਲ ਨਹੀਂ ਕੀਤੀ, ਮੈਂ ਤਾਂ ਇਹ ਕਿਹਾ ਸੀ ਵੀ ਭਾਈ ਮੈਂ ਤਾਂ ਗਲੀ ਬਾਰੇ ਇੱਕ ਸਵਾਲ ਕੀਤਾ ਸੀ ਤੁਹਾਨੂੰ ਕਿ ਇਹ ਗਲੀ ਦੇ ਪਾਣੀ ਭਰ ਜਾਂਦਾ, ਬਰਸਾਤ ਦਾ ਗੰਦਾ ਮੰਦਾ ਪਾਣੀ, ਜਿਹੜੀ ਸਾਡੀ ਮਾਵਾਂ ਭੈਣਾਂ ਬਜ਼ੁਰਗ ਹੈਗੇ ਆ ਉਹ ਪਾਣੀ ਚਲਦੀਆਂ, ਉਹ ਸਾਨੂੰ ਕਹਿੰਦੀ ਹੈ ਵੀ ਗਲੀ ਕਿਉਂ ਨਹੀਂ ਬਣ ਰਹੀ ਬੇਟਾ। ਤੇ ਮੈਂ ਕਹਿੰਦਾ ਜੀ ਮਾਤਾ ਜੀ ਇਹ ਗਲੀ ਬਣੂਗੀ। ਕਹਿੰਦੇ ਵੀ 3 ਸਾਲ ਹੋ ਗਏ ਤੂੰ ਇਹ ਗੱਲ ਨੂੰ ਕਹਿੰਦੇ ਵੀ ਸਾਰੇ ਸ਼ਹਿਰ ਦੀ ਗਲੀ ਬਣ ਗਈ, ਇਹ ਗਲੀ ਕਿਉਂ ਨਹੀਂ ਬਣਦੀ ਮੱਲੇ ਵਾਲੀ ਤੇਰੀ। ਤੇ ਮੈਨੂੰ ਸਾਰੇ ਲੋਕ ਪਬਲਿਕ ਪੁੱਛਦੀ ਹੈ, ਮੈਂ ਕਹਿੰਦਾ ਜੀ ਬਣੂਗੀ। ਤੇ ਮੈਂ ਰਾਜਾ ਵੜਿੰਗ ਨੂੰ ਇਹ ਪੁੱਛਿਆ ਸੀ ਭਾਈ ਤੂੰ ਗਲੀ ਆ ਸਾਡੀ ਭਾਈ ਕਿਉਂ ਨਹੀਂ ਬਣਦੀ। ਮੈਨੂੰ ਕਹਿੰਦਾ ਤੂੰ ਕੌਣ ਹੁੰਦਾ ਵੀ ਗਲੀ ਪੁੱਛਣ ਵਾਲਾ, ਮੈਨੂੰ ਮੇਰੇ ਵਰਕਰ ਪੁੱਛਣ ਵੀ ਤੇਰਾ ਕੀ ਮਤਲਬ ਹੈਗਾ। ਸਰ ਮੇਰੇ ਬਾਰ ਦੇ ਅੱਗੇ ਮੇਰੇ ਘਰ ਦੇ ਕੋਲੇ ਹੀ ਖੜਾ ਸੀ ਤੇ ਮੈਂ ਆਪਦੇ ਘਰ ਕੋਲੇ ਬਾਹਰ ਅੱਗੇ ਖੜਾ ਸੀ, ਮੈਂ ਇੰਨੀ ਗੱਲ ਦਾ ਸਵਾਲ ਪੁੱਛਿਆ ਸਰ। ਪਰ ਕੀ ਤੁਹਾਡੇ ਉੱਪਰ ਕੋਈ ਪਰਚਾ ਦਿੱਤਾ ਗਿਆ ਬਿੱਟੂ? ਸਰ ਕੋਈ ਪਰਚਾ ਨਹੀਂ ਸੀ, ਕੋਈ ਹੋਇਆ ਨਹੀਂ ਸੀ ਮੈਨੂੰ, ਨਾ ਕੋਈ ਲਿਖਤੀ ਰੂਪੀ, ਨਾ ਕੋਈ ਮੈਨੂੰ ਕੋਈ ਐਸੀ। ਮੈਨੂੰ ਕਹਿੰਦਾ ਵੀ ਤੂੰ ਥਾਣੇ ਚੱਲ, ਐਂ ਚੱਲ। ਮੈਂ ਸਰ ਲੁੰਗੀ ਬੰਨੀ ਸੀ, ਮੈਨੂੰ ਕਹਿੰਦਾ ਲੁੰਗੀ ਲਾਂਗੀ ਬੰਨਣ ਦੀ ਤੂੰ ਐਂ ਚੱਲ। ਮੈਂ ਭਾਈ ਮੈਨੂੰ ਕੱਪੜੇ ਤਾਂ ਪਾ ਲੈਂਦੇ ਯਾਰ, ਮੈਂ ਕਿਹੜਾ ਕੋਈ ਕਿਸੇ ਦਾ ਕੋਈ ਕ੍ਰਾਈਮ ਕੀਤਾ ਜਾਂ ਕੋਈ ਕੀਤਾ। ਤੇ ਮੈਨੂੰ ਫਿਰ ਉਹ ਪੁਲਿਸ ਵਾਲੇ ਕਹਿੰਦੇ ਯਾਰ ਤੂੰ ਚੱਲ ਜਲਦੀ ਪਾ ਕੱਪੜੇ, ਏਦਾਂ ਉਹ ਨਾ ਕਰ। ਮੈਂ ਕੱਪੜੇ ਪਾ ਕੇ ਨਾਲ ਲਿਆ ਗੱਡੀ ਛੱਡ ਕੇ, ਮੇਰੇ ਬੱਚੇ ਰੋਣ ਲੱਗੇ ਸੀ, ਉਹ ਮਹੱਲੇ 'ਚ ਆ ਗਏ ਸੀ। ਤੇ ਬਸ ਉਹਨਾਂ ਨੇ ਦੱਸਿਆ, ਉਹ ਸਾਰੇ ਮੇਰੇ ਸਮਾਜ ਵਾਲਮੀਕੀ ਸਮਾਜ ਦੇ ਇੱਧਰ ਆ ਗਏ ਜੀ ਆਪਣੇ ਗਲੀ ਦੇ ਵਿੱਚੋਂ ਹੀ। ਤੇ ਉੱਥੇ ਫਿਰ ਉਹਨਾਂ ਨੇ ਰਾਜਾ ਵੜਿੰਗ ਸਾਹਿਬ ਦੀ ਸੂਚਨਾ ਕੀਤੀ, ਉਹਨੇ ਫੋਨ ਕੀਤਾ ਸੈਕਸ਼ਨ ਨੂੰ, ਫਿਰ ਮੈਨੂੰ 2 ਘੰਟਿਆਂ ਬਾਅਦ ਛੱਡਿਆ ਜੀ। ਕਿ ਉਸ ਤੋਂ ਬਾਅਦ ਬਿੱਟੂ ਕੀ ਤੁਹਾਨੂੰ ਕੋਈ ਧਮਕੀਆਂ ਦਿੱਤੀਆਂ ਗਈਆਂ ਕਿਸੇ ਕਾਂਗਰਸੀ ਵਰਕਰ ਵੱਲੋਂ, ਜਾਂ ਫਿਰ ਰਾਜਾ ਵੜਿੰਗ ਦੇ ਕਿਸੇ ਵਰਕਰ ਵੱਲੋਂ, ਜਾਂ ਤੁਹਾਡੀ ਰਾਜਾ ਵੜਿੰਗ ਦੇ ਨਾਲ ਉਸ ਤੋਂ ਬਾਅਦ ਕੋਈ ਗੱਲਬਾਤ ਜਾਂ ਫਿਰ ਮੁਲਾਕਾਤ ਹੋਈ ਜਿਸ ਤੋਂ ਬਾਅਦ ਜਦੋਂ ਤੁਸੀਂ ਥਾਣੇ ਤੋਂ ਬਾਹਰ ਆਏ ਤਾਂ? ਤੇ ਰਾਤ ਕੋਈ ਗੱਲ ਨਹੀਂ ਹੋਈ ਸਰ ਮੇਰੀ। ਰਾਤ ਨੂੰ ਮੈਂ ਆਪਦੇ ਘਰੇ ਚਲੇ ਗਏ, ਮੇਰੇ ਪਰਿਵਾਰ ਦੇ ਸਾਰੇ ਮੈਨੂੰ ਕਹਿਣ ਲੱਗੇ ਵੀ ਤੂੰ ਕਿਉਂ ਪੁੱਛਿਆ, ਕਿਉਂ ਕੀਤਾ। ਮੈਂ ਵੀ ਆਪਾਂ ਨੂੰ ਪੁੱਛਣ ਨੂੰ, ਆਪਾਂ ਕਿਹੜਾ ਕੋਈ ਗਲਤ ਕਰਮ ਕੀਤਾ। ਇੱਕ ਗਲੀ ਬਾਰੇ ਪੁੱਛਿਆ ਵੀ ਗਲੀ ਕਿਉਂ ਨਹੀਂ ਬਣਦੀ, ਇੱਕ ਗਲੀ ਦੇ ਇਸ਼ੂ ਬਣਾਇਆ ਸੀ ਜੀ, ਗਲੀ ਨੇ ਉਹਨੇ ਇਸ਼ੂ ਬਣਾ ਲਿਆ ਵੀ ਤੂੰ ਕੌਣ ਹੁੰਦਾ ਮੈਨੂੰ ਪੁੱਛਣੀ ਆ, ਮੈਨੂੰ ਕੌਣ ਹੈ ਤੂੰ ਕਹਿਣੀ ਆ, ਤੇਰਾ ਕੀ ਮਤਲਬ ਹੈ। ਠੀਕ ਹੈ। ਐਸਐਚਓ ਨੂੰ ਕਹਿੰਦਾ ਵੀ ਤੈਨੂੰ ਸ਼ਾਮ ਤੱਕ ਅੱਟ ਕੇ ਲੈ ਜਾ, ਤਾਂ ਤੂੰ ਨਹੀਂ ਜਾਏ ਨਹੀਂ, ਦੋਨਾਂ 'ਚ ਇੱਕ ਨੂੰ ਮੈਂ ਤੈਨੂੰ ਕਹਿ ਦੇਣਾ। ਤੇ ਮੈਨੂੰ ਸਰ ਮੈਂ ਤਾਂ ਆਪਦਾ ਚੁੱਪ ਗਿਆ ਜੀ। ਠੀਕ ਹੈ ਬਿੱਟੂ, ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਆਪਣੀ ਸਾਂਝਾ ਕਰਨ ਦੇ ਲਈ। ਪਰ ਵਾਕਈ 'ਚ ਜੋ ਸ਼ਬਦਾਵਲੀ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਆਡੀਓ ਦੇ ਵਿੱਚ ਬੋਲਦੇ ਵਿਖਾਈ ਦੇ ਰਹੇ ਨੇ, ਕਿ ਵਾਕਈ 'ਚ ਸਮਝਿਆ ਜਾ ਸਕਦਾ ਹੈ ਕਿ ਇੱਕ ਐਮਐਲਏ ਦੀ ਇਹ ਸ਼ਬਦਾਵਲੀ ਹੋ ਸਕਦੀ ਹੈ, ਜਨਤਾ ਦਾ ਚੁਣਿਆ ਹੋਇਆ ਇੱਕ ਨੁਮਾਇੰਦਾ, ਕਿ ਵਾਕਈ 'ਚ ਗੁੰਡਾਗਰਦੀ ਤੇ ਉਤਾਰੂ ਹੋ ਸਕਦਾ ਹੈ, 307 ਦਾ ਝੂਠਾ ਪਰਚਾ ਦੇਣ ਦੀ ਧਮਕੀ ਦੇ ਸਕਦਾ ਹੈ। ਇਹ तमाम ਗੱਲਾਂ ਆਡੀਓ ਦੇ ਵਿੱਚ ਕੈਦ ਹੋਈਆਂ ਨੇ। ਤੇ ਜਿਹੜਾ ਖੁਦ ਪੀੜਤ ਹੈ ਉਸਨੇ ਆਪਣੀ ਹੱਡਬੀਤੀ ਦੱਸੀ ਕਿ 25-30 ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਘਰੋਂ ਇੰਜ ਚੁੱਕਿਆ ਜਿਸ ਤਰ੍ਹਾਂ ਕੋਈ ਉਹ ਦਹਿਸ਼ਤਗਰਦ ਹੋਵੇ। ਗੁਨਾਹ ਉਹਦਾ ਸਿਰਫ ਇੰਨਾ ਸੀ ਕਿ ਉਸਨੇ ਕਾਂਗਰਸ ਦੇ ਐਮਐਲਏ ਕੋਲੋਂ, ਕਾਂਗਰਸ ਦੇ ਐਮਐਲਏ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲੋਂ ਇੱਕ ਸਵਾਲ ਪੁੱਛ ਲਿਆ ਸੀ ਤੇ ਉਸ ਦੀ ਸਜ਼ਾ ਉਸ ਨੂੰ ਥਾਣੇ ਦੇ ਅੰਦਰ ਖੱਜਲ ਖੁਆਰ ਹੋ ਕੇ ਭੁਗਤਣੀ ਪਈ। ਉਸ ਦੇ ਬੱਚਿਆਂ ਨੂੰ ਰੋਣਾ ਪਿਆ, ਉਸ ਦੇ ਪਰਿਵਾਰ ਵਾਲਿਆਂ ਨੂੰ ਤਰਲੇ ਮਿੰਨਤਾਂ ਕਰਨੀਆਂ ਪਈਆਂ। ਕੀ ਕੁਝ ਆਡੀਓ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਵਿਖਾਈ ਦਿੱਤੇ ਤੇ ਗੁੰਡਾਗਰਦੀ ਵਾਲੀ ਕਿਹੜੀ ਸ਼ਬਦਾਵਲੀ ਉਹਨਾਂ ਵੱਲੋਂ ਵਰਤੀ ਜਾ ਰਹੀ ਹੈ, ਇੱਕ ਵਾਰ ਮੁੜ ਤੋਂ ਆਪਣੇ ਦਰਸ਼ਕਾਂ ਨੂੰ ਆਡੀਓ ਸੁਣਵਾਉਂਦੇ ਹਾਂ। ਹੈਲੋ ਸਰ ਜੀ। ਹਾਂ ਵੀ ਪ੍ਰੇਮ ਜੀ। ਹਾਂ ਸਰ, ਸਤਿ ਸ੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂ ਸਰ, ਬੇਨਤੀ ਹੈ, ਸਾਰੀ ਪੰਚਾਇਤ ਖੜੀ, ਬੇਨਤੀ ਹੈ ਤੁਹਾਡੇ। 307 ਦਾ ਪਰਚਾ ਦੇਊਂਗਾ ਇਹਦੇ ਤੇ। ਸਰ ਮੇਰੇ ਜ਼ਮਾਨਤ ਨਹੀਂ ਹੋਣੀ, ਮੇਰੇ ਤੇ ਦੇ ਦਿਓ ਜੀ, ਬੇਨਤੀ ਹੈ ਸਰ। ਮੇਰੇ ਤੇ ਨਹੀਂ ਦੇ ਦਿਓ, ਇਹ ਬੋਲਦਾ ਯਾਰ, ਇਹਨੂੰ ਬੋਲਣ ਸਰ। ਇਹ ਨਾ ਤੁਹਾਡੇ ਆ ਕੇ ਨਾ, ਤੁਹਾਨੂੰ ਸਵੇਰੇ ਆ ਕੇ ਜੀ ਸਰ, ਮੈਂ ਤੁਹਾਡੇ ਪੈਰੀ ਫੜਵਾ ਦੇਂਗੇ ਜੀ, ਤੁਹਾਡੇ ਗਲਤੀ ਮੰਗਾ ਦੇਂਗੇ। ਇਹ ਤਾਂ ਜੇ ਗੱਲ ਸੁਣੋ ਯਾਰ, ਸਾਡੀ ਸਰਕਾਰ 'ਚ ਜੇ ਸਾਡੇ ਕੋਲ ਗੱਲ ਪਊਗਾ, ਅਸੀਂ ਆਪਦੀ ਇੱਜ਼ਤ ਹੀ ਨਹੀਂ ਬਚਾ ਸਕਦੇ, ਅਸੀਂ ਲੋਕਾਂ ਦੀ ਕਿਵੇਂ ਬਚਾਵਾਂਗੇ। ਹਾਂ ਨਹੀਂ ਸਰ, ਸਾਨੂੰ ਨਾ ਸਾਰੇ ਮਹੱਲੇ ਨੇ ਇੰਨੇ ਥੁੱਕਿਆ ਜੀ ਉਹਨੂੰ, ਤੇ ਰੋਣ ਲੱਗੇ, ਜਦੋਂ ਬੱਚੇ ਵੀ ਰੋਣ ਲੱਗੇ ਸਰ ਉਹਦੇ।
ਨਹੀਂ ਇਹ ਤਾਂ ਵੈਸੇ ਫੜਿਆ, ਇਹ ਤਾਂ ਮੈਂ ਕਿਹਾ ਫੜ ਕੇ ਤੇ 307 ਲਾਓ ਸਾਲੇ ਤੇ, ਇਹਨੂੰ ਪਤਾ ਲੱਗੇ 3 ਮਹੀਨੇ ਅੰਦਰ ਰਹੂਗਾ, ਜਦੋਂ 2-4 ਲੱਖ ਰੁਪਏ ਲੱਗੂ, ਇਹਨੂੰ ਤਾਂ ਡਿੰਪੀ ਹਰੀ ਜਾਵੜੇ ਸੀ ਅੰਦਰ, ਤੇਰਾ ਕੁਝ ਨਹੀਂ ਬਣਨਾ। ਸਰ ਬਹੁਤ ਮੂਰਖ ਹੈ ਜੀ, ਬਹੁਤ ਮੂਰਖ ਹੈ ਸਰ, ਜੋ ਵੀ ਕੁਝ ਮੈਨੂੰ ਸਜ਼ਾ ਦੇਣੀ ਮੈਨੂੰ ਦੇ ਦਿਓ ਸਰ ਤੁਸੀਂ। ਨਹੀਂ ਪ੍ਰੇਮ, ਇਹਨੂੰ ਲਾ ਲੈਂਦੇ ਯਾਰ ਅਜੇ ਕੋਈ 2 ਦਿਨ। ਸਰ ਉਹਨੇ ਬੱਚੇ ਆ ਗਏ ਜੀ ਸਰ, ਉਹ ਵਿਚਾਰੇ ਰੋਈ ਜਾਂਦੇ, ਜਿਨ੍ਹਾਂ ਦੇ ਸਰ ਤੁਸੀਂ ਉਹਨਾਂ ਦੀ ਮਾਤਾ ਖੜੀ ਸੀ ਨਾ, ਤੁਸੀਂ ਵਧਾਈ ਦੇ ਰਹੇ ਸੀ, ਉਹਨਾਂ ਦੀ ਮਾਤਾ ਸੀ ਸਰ ਉਹ। ਸਵੇਰੇ ਤੁਹਾਡੀ ਕੋਠੀ ਲੈ ਕੇ ਆਵਾਂਗੇ ਸਰ ਅਸੀਂ ਜੀ। ਆ ਜੂਲੀ ਰੋ ਪਿਆ ਜੀ। ਸਰ ਬੇਨਤੀ ਹੈ ਸਰ, ਕਹਿ ਦਿਓ ਐਸਐਚਓ ਸਾਹਿਬ ਨੂੰ। ਗੱਲ ਯਾਰ ਪ੍ਰੇਮ, ਜੇ ਸੁਬਾਹ ਆ ਕੇ ਨੇ ਮਾਫੀ ਨਾ ਮੰਗੀ, ਮੈਂ ਸਰ ਮੈਂ ਲੈ ਕੇ ਆਉਂ ਸਰ ਅਸੀਂ ਸਰ ਜੂਲੀ ਬੋਲ ਰਿਹਾ ਜੀ ਮੈਂ। ਸਵੇਰੇ ਉਹ ਮੈਨੂੰ ਵੀ ਕਹੀ ਜਾਂਦਾ ਸੀ, ਮੇਰੀ ਮਿਹਨਤ ਕਰੀ ਜਾਂਦੇ, ਮੈਨੂੰ ਲੈ ਕੇ ਆਈ ਸਵੇਰੇ ਜੀ। ਮੈਂ ਤੁਹਾਡੀ ਕਸਮ ਜੀ ਮੈਂ ਲੈ ਕੇ ਆਉਂਗਾ, ਸਵੇਰੇ ਲੈ ਕੇ ਆਵਾਂਗੇ ਜੀ। ਨਹੀਂ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਆਪਦੀ ਕੋਠੀ 'ਚ ਨਹੀਂ ਵਾੜਨਾ ਜੇ ਆਇਆ ਨਾ। ਸਰ ਮੈਂ ਅਸੀਂ ਤਾਂ ਧੱਕੇ ਨਾਲੇ ਵੜਦੇ ਕੋਠੀ ਜੀ। ਸਰ ਤੁਹਾਡੀ ਕੋਠੀ ਕਿੱਥੋਂ ਆਈ? ਕੋਠੀ ਤਾਂ ਸਾਡੀ ਹੈ ਸਰ। ਨਹੀਂ ਤੁਹਾਡੀ ਕੋਠੀ ਹੈ, ਤੁਸੀਂ ਮਾਲਕ ਆ ਪ੍ਰੇਮ, ਤੁਹਾਨੂੰ ਇੱਜ਼ਤ ਦਿੰਦੇ ਆ, ਪਰ ਇਹ ਥੋੜੀ ਕੋਈ ਮੇਰੀ ਇੱਜ਼ਤ ਨੂੰ। ਨਹੀਂ ਸਰ ਮੈਂ ਕਸਮ ਚੱਕਦਾ ਜੀ, ਬਹੁਤ ਬੇਇੱਜ਼ਤੀ ਕੀਤੀ ਹੈ ਜੀ ਉਹਦੀ ਜੀ ਸਰ, ਬਹੁਤ ਬੇਇੱਜ਼ਤੀ ਕੀਤੀ ਹੈ। ਨਹੀਂ ਸਰ ਨਹੀਂ ਪੁਲਿਸ ਸਰ ਇਹ ਨਾ ਸਾਡੀ ਬੇਇੱਜ਼ਤੀ ਹੋ ਜਾਣੀ ਸਰ, ਸੱਚੀ ਗੱਲ ਹੈ ਜੀ। ਮਹੱਲੇ 'ਚ ਨਾ ਸਾਡੀ ਬੇਇੱਜ਼ਤੀ ਹੁੰਦੀ ਹੈ ਸਰ। ਮੈਂ ਸਵੇਰੇ ਤੁਹਾਡੇ ਪੈਰ ਫੜੂਗਾ ਜੀ, ਮੈਂ ਤੁਹਾਡੇ ਕੋਲੇ ਸਵੇਰੇ ਲੈ ਕੇ ਆਉਂਗਾ। ਇਹ ਐਨਕਾ ਮੁੜ ਕੇ ਲਾ ਕੇ ਮੈਨੂੰ ਦਿਖਾਈ ਤਾਂ ਮੇਰਾ ਫੜਾ ਵੀ ਚੁਕਾਉਂਗਾ, ਜਿਹੜਾ ਇਹਨੇ ਫੜਾ ਲਾਇਆ ਨਜਾਇਜ਼। ਨਹੀਂ ਸਰ ਗਰੀਬ ਬੰਦਾ, ਇਹ ਤਾਂ ਹਰਾਮ ਜਿਆਦਾ ਉਹਦੇ ਛੱਤਰ ਮਾਰਾਂਗੇ ਅਸੀਂ ਪੰਚਾਇਤ ਦੇ ਵਿੱਚ ਵੀ। ਤੁਹਾਡੇ ਕੋਲੇ ਸਵੇਰ ਕਿੰਨੇ ਵਜੇ ਲੈ ਕੇ ਆਈ ਸਰ, ਤੁਸੀਂ ਦੱਸੋ ਸਰ। ਉਹਨੇ ਗੱਲ ਲਿਆਉਣ ਦੀ ਕੀਤੀ ਅੱਜ, ਮੈਨੂੰ ਬੜਾ ਗੁੱਸਾ ਚੜਿਆ ਮੈਨੂੰ ਸਰ ਜੀ। ਅਸੀਂ ਸਾਡੀ ਜੈਨਤੀ ਨਾ ਸਹੀ ਢੰਗ ਨਾਲ ਨਹੀਂ ਕੱਢੀ ਸੀ ਜੀ। ਤੇ ਮੈਂ ਕਦੇ ਨਹੀਂ ਆਇਆ, ਮੈਂ ਤੇਰੇ ਕਹਿਣ ਤੇ ਜੂਲੀ ਦੇ ਕਹਿਣ ਤੇ ਆਇਆ। ਮੈਂ ਕਿਹਾ ਯਾਰ ਵੀ ਇਹਨਾਂ ਨੇ ਮੈਨੂੰ ਸੱਦਿਆ, ਉਹ ਕਹਿੰਦੇ ਪੈਸੇ ਨਹੀਂ ਚਾਹੀਦੇ ਤੂੰ ਆਈ ਐਤਕੀ ਤਾਂ ਹੀ। ਮੈਨੂੰ ਉਹਨੇ ਕਿਹਾ ਵੀ ਪੈਸੇ ਨਹੀਂ ਚਾਹੀਦੇ ਤੂੰ ਆਉਣਾ ਪੈਸੇ। ਹਾਂ ਬਿਲਕੁਲ ਜੀ ਬਿਲਕੁਲ, ਮੈਂ ਕਿਹਾ ਸੀ ਜੀ ਮੈਨੂੰ ਪੈਸੇ ਨਹੀਂ ਚਾਹੀਦੇ ਸਰ। ਤਾਂ ਆਡੀਓ ਸੁਣੀ ਤੁਸੀਂ, ਅਮਰਿੰਦਰ ਸਿੰਘ ਰਾਜਾ ਵੜਿੰਗ ਕੀ ਕੁਝ ਕਹਿੰਦੇ ਵਿਖਾਈ ਦਿੱਤੇ, ਕਿਸ ਢੰਗ ਦੇ ਨਾਲ ਧਾਰਾ 307 ਦਾ ਝੂਠਾ ਪਰਚਾ ਦੇਣ ਦੀ ਧਮਕੀ ਦਿੰਦੇ ਵਿਖਾਈ ਦਿੱਤੇ। ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਜੇਕਰ ਕਹੀਏ ਤਾਂ ਇੱਕ ਸ਼ਬਦ ਯੂਜ਼ ਹੁੰਦਾ ਹੈ ਫੁਕਰਾ। ਅਕਸਰ ਅਸੀਂ ਇਹ ਸ਼ਬਦ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਸੁਣਦੇ ਹਾਂ, ਪਰ ਅੱਜ ਜੋ ਆਡੀਓ ਵਾਇਰਲ ਹੋਈ ਔਰ ਜਿਹੜੇ ਸ਼ਬਦ ਕਾਂਗਰਸੀ ਐਮਐਲਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮੂੰਹੋਂ ਨਿਕਲੇ, ਜਿਸ ਢੰਗ ਦੇ ਨਾਲ ਆਪਣੀ ਅਖੌਤੀ ਸ਼ਾਨ ਦੇ ਚਲਦਿਆਂ ਉਹਨਾਂ ਨੂੰ ਇੱਕ ਸਵਾਲ ਇੰਨਾ ਚੁੱਭਿਆ ਕਿ 25-30 ਪੁਲਿਸ ਮੁਲਾਜ਼ਮ ਪੂਰਾ ਦਾ ਪੂਰਾ ਥਾਣਾ ਚੁੱਕ ਕੇ ਇੱਕ ਸ਼ਖਸ ਦੇ ਘਰ ਭਿਜਵਾ ਕੇ ਉਸ ਸ਼ਖਸ ਨੂੰ ਚੁੱਕ ਕੇ ਥਾਣੇ ਦੇ ਅੰਦਰ ਬੰਦ ਕਰ ਦਿੱਤਾ ਗਿਆ। ਧਾਰਾ 307 ਦਾ ਪਰਚਾ ਦੇਣ ਦੀ ਧਮਕੀ ਦਿੱਤੀ ਗਈ। ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਸਤੇ ਇਹ ਸ਼ਬਦ ਬਿਲਕੁਲ ਢੁਕਵਾਂ ਅੱਜ ਇੱਥੇ ਮਹਿਸੂਸ ਹੁੰਦਾ ਹੈ ਕਿ ਜਿਸ ਢੰਗ ਦੇ ਨਾਲ ਕੋਈ ਰਾਹ ਚੱਲਦਾ ਕੋਈ ਫੁਕਰਾ ਹੋਵੇ, ਆਪਣੀ ਝੂਠੀ ਸ਼ਾਨ ਖਾਤਰ ਉਹ ਕੁਝ ਵੀ ਕਰ ਸਕਦਾ ਹੈ। ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਹੈ ਉਸੇ ਢੰਗ ਦੇ ਨਾਲ ਕਰਦੇ ਵਿਖਾਈ ਦਿੱਤੇ। ਕਈ ਸਵਾਲ ਇੱਥੇ ਪੈਦਾ ਹੁੰਦੇ ਨੇ ਕਿ ਵਾਕਈ 'ਚ ਹੀ ਆਮ ਜਨਤਾ ਵੱਲੋਂ ਸਵਾਲ ਪੁੱਛਣਾ ਕਾਂਗਰਸ ਦੇ ਰਾਜ ਦੇ ਵਿੱਚ ਅੱਜ ਗੁਨਾਹ ਹੋ ਰਿਹਾ ਕਿ ਦਲਿਤ ਭਾਈਚਾਰੇ ਦੇ ਨਾਲ ਨਫ਼ਰਤ ਹੋ ਚੁੱਕੀ ਹੈ ਕਾਂਗਰਸੀ ਆਗੂਆਂ ਨੂੰ। ਆਖਰਕਾਰ ਕਿਉਂ ਦਲਿਤ ਭਾਈਚਾਰੇ ਦੇ ਲੋਕਾਂ ਦੇ ਨਾਲ ਇੰਨੀ ਨਫ਼ਰਤ ਹੈ? ਨਾਲ ਹੀ ਸਵਾਲ ਇੱਥੇ ਵੀ ਉੱਠਦਾ ਹੈ ਕਿ ਕੀ ਵਿਧਾਇਕ ਦੇ ਇਸ਼ਾਰੇ ਤੇ ਚੱਲਦਾ ਹੈ ਪੂਰਾ ਥਾਣਾ? ਕਾਨੂੰਨ ਵਿਵਸਥਾ ਵਿਧਾਇਕ ਦੇ ਇਸ਼ਾਰੇ ਤੇ ਚੱਲਦੀ ਹੈ, ਕਿਉਂਕਿ ਇੱਕ ਐਸਐਚਓ ਦਾ ਇੱਥੇ ਜ਼ਿਕਰ ਹੋ ਰਿਹਾ ਹੈ। ਐਸਐਚਓ ਨੂੰ ਕਹਿ ਕੇ ਧਾਰਾ 307 ਦਾ ਝੂਠਾ ਪਰਚਾ ਦਵਾਵਾਂਗਾ, ਇਹ ਕਹਿਣਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ। ਤਾਂ ਕਿ ਵਿਧਾਇਕ ਦੇ ਇਸ਼ਾਰੇ ਤੇ ਚੱਲਦਾ ਪੂਰਾ ਥਾਣਾ, ਪੂਰੇ ਦੇ ਪੂਰੇ ਥਾਣੇ ਦੇ ਪੁਲਿਸ ਮੁਲਾਜ਼ਮ। ਨਾਲ ਹੀ ਇੱਥੇ ਸਵਾਲ ਇਹ ਵੀ ਬਣਦਾ ਹੈ ਕਿ ਕੀ ਬਿਨਾਂ ਕੋਈ ਗੁਨਾਹ ਕੀਤਿਆਂ 307 ਦਾ ਝੂਠਾ ਪਰਚਾ ਪਾਉਣ ਦੀ ਧਮਕੀ ਦੇਣਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲਈ ਕੋਈ ਸਮੱਸਿਆ, ਕੋਈ ਔਕੜ, ਕੋਈ ਪਰੇਸ਼ਾਨੀ ਖੜਾ ਕਰੇਗਾ ਜਾਂ ਫਿਰ ਪਾਕ ਸਾਫ ਨਿਕਲ ਜਾਣਗੇ ਸਾਰੇ ਮਾਮਲੇ ਦੇ ਵਿੱਚੋਂ? ਕੀ ਕੋਈ ਕਾਰਵਾਈ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਪਰ ਹੋਵੇਗੀ? ਸਵਾਲ ਨਾਲ ਇਹ ਵੀ ਬਣਦਾ ਹੈ ਕਿ ਕੀ ਕਠਪੁਤਲੀ ਬਣ ਚੁੱਕਿਆ ਹੈ ਉਹ ਐਸਐਚਓ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ, ਜਿਹਦੇ ਇਸ਼ਾਰੇ ਤੇ ਪੂਰਾ ਦਾ ਪੂਰਾ ਥਾਣਾ ਪਹੁੰਚ ਗਿਆ। ਸਾਰੇ ਪੁਲਿਸ ਮੁਲਾਜ਼ਮ ਉਸ ਸ਼ਖਸ ਦੇ ਘਰ ਪਹੁੰਚ ਗਏ ਉਸ ਨੂੰ ਜੇਲ੍ਹ ਦੇ ਅੰਦਰ ਡੱਕਣ ਦੇ ਲਈ। ਕਈ ਸਵਾਲ ਇੱਥੇ ਉੱਠ ਖੜੇ ਹੋਏ ਨੇ। ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਹ ਇੱਕ ਫੁਕਰੇ ਸ਼ਖਸ ਵਰਗਾ ਰਵੱਈਆ ਤੇ ਅਖੌਤੀ ਸ਼ਾਨ ਕਾਰਨ ਇੱਕ ਸ਼ਖਸ ਦੇ ਉੱਪਰ ਧਾਰਾ 307 ਦਾ ਝੂਠਾ ਪਰਚਾ ਦੇਣ ਦੀ ਇਹ ਧਮਕੀ ਕਾਂਗਰਸ ਦੇ ਆਗੂਆਂ ਦੀ ਰਵੱਈਏ ਦੀ ਪੋਲ ਖੋਲਦਾ ਵਿਖਾਈ ਦੇ ਰਿਹਾ।